ਇਹ ਦਰਸ਼ਨ ਕਰਿਓ। ਉਹਨਾਂ ਨੂੰ ਪੁਜਾਰੀ ਜੀ ਨੂੰ, ਗ੍ਰੰਥੀ ਸਾਹਿਬ ਨੂੰ ਆਖਿਓ ਸਾਨੂੰ ਉਸ ਸ੍ਰੀ ਸਾਹਿਬ ਦੇ ਦਰਸ਼ਨ ਕਰਾਓ ਜਿਹੜੇ ਗੁਰੂ ਨਾਨਕ ਜਗਤ ਜਲੰਦੇ ਦੁਨੀਆ ਨੂੰ ਤਾਰਨਹਾਰ ਪ੍ਰਭੂ ਪਰਮਾਤਮਾ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਰਪਾਨ ਦਿੱਤੀ ਸੀ। ਉਹ ਕਿਰਪਾਨ ਉਸ ਦੇ ਦਰਸ਼ਨ ਕਰਿਓ। ਉਸ ਕਿਰਪਾਨ ਦੇ ਉੱਤੇ ਮੂਲ ਮੰਤਰ ਵੀ ਉਚਾਰਨ ਕੀਤਾ ਹੋਇਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਥੇ ਤੱਕ ਉਕਰਿਆ ਹੋਇਆ ਜਾ ਕੇ ਦਰਸ਼ਨ ਕਰਕੇ ਆਇਓ ਉਸ ਸ੍ਰੀ ਸਾਹਿਬ ਤੇ। ਬਈ ਹੁਣ ਜੇ ਅਸੀਂ ਇਹ ਮੰਨੀਏ ਕਿਰਪਾਨ ਛੇਵੇਂ ਪਾਤਸ਼ਾਹ ਜਾਂ ਇਉਂ ਕਹਿ ਲਈਏ 10ਵੇਂ ਪਾਤਸ਼ਾਹ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬਖਸ਼ੀ ਹੈ, ਤੇ ਫਿਰ ਬਾਬਾ ਬੁੱਢਾ ਸਾਹਿਬ ਦੀ ਕਿਰਪਾਨ ਉੱਥੇ ਕਿਵੇਂ ਆ ਗਈ? ਹੋਰ ਆਪਾਂ ਲਈਏ ਜਿਸ ਵੇਲੇ ਮੇਰੇ ਹਜ਼ੂਰ ਪਹਿਲੀ ਉਦਾਸੀ ਤੇ ਦੁਨੀਆ ਨੂੰ ਤਾਰਦੇ ਤਰਾਉਂਦੇ ਹਜ਼ੂਰ ਬਈ ਢਾਕੇ ਗਏ। ਢਾਕੇ ਤੋਂ 5 ਕੋਹ ਦੂਰ ਧੰਨਪੁਰ ਇੱਕ ਪਿੰਡ ਆਉਂਦਾ ਹੈ, ਕਸਬਾ ਜਿਹਾ ਹੈ, ਪੰਜ ਕੋਹ ਥੱਲੇ ਲਹਿੰਦੇ ਪਾਸੇ ਨੂੰ। ਉੱਥੇ ਹੈ ਉਹ ਨੂਰ ਸ਼ਾਹ ਜਿਹੜੀਆਂ ਗੁਰੂ ਪਿਆਰਿਓ ਜਾਦੂਗਰਨੀ ਹੈ। ਇੱਥੇ ਬੇਨਤੀ ਕਰ ਦਈਏ, ਕਈ ਮੇਰੇ ਹਜ਼ੂਰ ਨੂੰ ਇਹ ਕਹਿੰਦੇ ਨੇ ਬਾਬਾ ਮਰਦਾਨਾ ਜੀ ਨੂੰ, ਕਿਉਂਕਿ ਕਈ ਇਤਿਹਾਸਕਾਰਾਂ ਨੇ ਬਾਬਾ ਮਰਦਾਨਾ ਜੀ ਨੂੰ ਇੰਨਾ ਭੁੱਖੜਾ ਜਿਹਾ ਦਿਖਾਇਆ ਨਾ, ਇੰਨਾ ਜਿਵੇਂ ਉਹਦਾ ਇਹੋ ਜਿਹਾ ਪਾਤਰ ਉਹਨੂੰ ਬਣਾ ਕੇ ਪੇਸ਼ ਕੀਤਾ ਖਾਲਸਾ ਪੰਥ ਦੇ ਵਿੱਚ ਵੀ ਇਹ ਤਾਂ ਮੰਗਤਾ ਹੈ, ਮੰਗਤਿਆਂ ਦੀ ਜਾਤ ਹੈ, ਮੰਗਤਾ ਹੀ ਦਿਖਾਇਆ। ਨਹੀਂ ਗੁਰੂ ਪਿਆਰਿਓ, ਕਿਹੋ ਜਿਹੇ ਸਾਡੇ ਇਤਿਹਾਸਕਾਰ ਨੇ। ਖਾਲਸੇ ਦੀ ਕੋਈ ਜਾਤ ਨਹੀਂ, ਜਿਹੜਾ ਖਾਲਸੇ ਦੀ ਜਾਤ ਪੁੱਛੇ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਨਰਕਾਂ ਵਿੱਚ ਜਾਏਗਾ। ਮੈਂ ਉਹਦੀ ਕਦੇ ਬਾਤ ਨਹੀਂ ਪੁੱਛਾਂਗਾ ਵੀ ਜਿੱਡਾ ਮਰਜ਼ੀ ਸਿੱਖ ਆਪਣੇ ਆਪ ਨੂੰ ਕਹਾਉਣ ਵਾਲਾ ਹੋਵੇਗਾ। ਗੁਰੂ ਪਿਆਰਿਓ, ਕਦੇ ਵੀ ਖਾਲਸਾ ਦੂਸਰੇ ਦੀ ਜਾਤ ਨਾ ਪੁੱਛੇ। ਇਹ ਜਾਤਾਂ ਪਾਤਾਂ ਤੇ ਅਭਮੰਨੂ ਨੇ ਬਣਾਈਆਂ ਹੋਈਆਂ ਸੀ ਸਿਮਰਤੀਆਂ ਦੇ ਵਿੱਚ। ਖੈਰ ਆਪਾਂ ਉੱਧਰ ਨਾ ਜਾਈਏ, ਰਹੋ ਵਿਚਾਰ। ਮੇਰੇ ਹਜ਼ੂਰ ਕਹਿੰਦੇ ਨੇ ਤੇ ਜਦੋਂ ਉੱਥੇ ਪਹੁੰਚੇ ਨੇ ਉਸ ਵੇਲੇ ਇਹ ਕੀ ਦਿਖਾਇਆ ਬਾਬਾ ਮਰਦਾਨਾ ਜੀ ਨੂੰ ਵੀ ਭੁੱਖਾ ਸੀ ਜੀ। ਗੁਰੂ ਪਿਆਰਿਓ, ਜਦੋਂ ਪਹਿਲੀ ਉਦਾਸੀ ਸ਼ੁਰੂ ਹੋਈ ਹੈ ਉਸ ਵੇਲੇ ਜਦੋਂ ਮੇਰੇ ਹਜ਼ੂਰ ਗੋਇੰਦਵਾਲ ਸਾਹਿਬ ਬਈ ਸੁਲਤਾਨਪੁਰ ਤੋਂ ਤੁਰ ਕੇ ਬਿਆਸਾ ਦਰਿਆ ਪਾਰ ਕਰਕੇ ਗੋਇੰਦਵਾਲ ਸਾਹਿਬ ਪਹਿਲਾ ਪੜਾਅ ਕੀਤਾ ਮੇਰੇ ਹਜ਼ੂਰ ਨੇ। ਉਸ ਵੇਲੇ ਮੇਰੇ ਹਜ਼ੂਰ ਆਪਣੇ ਸਰੂਪ ਵਿੱਚ ਅਭੇਦ ਹੋਏ ਤੇ 3 ਦਿਨ ਆਪਣੇ ਸਰੂਪ ਵਿੱਚ ਸਮਾਧੀ ਵਿੱਚ ਰਹੇ ਗੁਰੂ ਨਾਨਕ ਮਹਾਰਾਜ। ਤੇ 3 ਦਿਨ ਬਾਬਾ ਮਰਦਾਨਾ ਜੀ ਕੋਲ ਬੈਠਾ ਬਈ ਭੁੱਖ ਤੇ ਪਿਆਸ ਸਹਿੰਦਾ ਜਰਦਾ ਰਿਹਾ। ਪਰ ਆਖਰ ਵਿੱਚ ਜਦੋਂ ਮੇਰੇ ਹਜ਼ੂਰ ਆਪਣੇ ਫਿਰ ਦੁਨੀਆ ਨੂੰ ਤਾਰਨ ਤਰਾਉਣ ਵਾਸਤੇ ਬਈ ਆਏ ਤੇ ਬਾਬਾ ਮਰਦਾਨਾ ਜੀ ਨੇ ਬੇਨਤੀ ਕੀਤੀ, ਦਾਤਾ ਜੀ ਇਹ ਜਗਤ ਜਲੰਦੇ ਗੁਰੂ ਨਾਨਕ ਮਹਾਰਾਜ ਮੇਰੀ ਤੁਹਾਡੀ ਪੁੱਗਣੀ ਨਹੀਂ ਹੈ। ਕਿਉਂ ਨਹੀਂ ਮਰਦਾਨਿਆ, ਤੇਰੀ ਸਾਡੀ ਕਿਉਂ ਨਹੀਂ ਪੁੱਗਣੀ? ਮਰਦਾਨਿਆ, ਸਾਡਾ ਧੁਰ ਦਾ ਸਾਥ ਹੈ ਤੇ ਧੁਰ ਤੱਕ ਜਾਵਾਂਗੇ, ਤੇਰੀ ਸਾਡੀ ਕਿਉਂ ਨਹੀਂ ਪੁੱਗਣੀ? ਮਰਦਾਨਾ ਜੀ ਨੇ ਆਖਿਆ, ਬਾਬਾ ਤੂੰ ਐ ਪੌਣਹਾਰੀ, ਤੂੰ ਐ ਸਰਵੱਗ, ਅਸੀਂ ਐ ਅਲਪੱਗ, ਸਾਡੀ ਬੁੱਧੀ ਥੋੜੀ, ਤੂੰ ਐ ਬੁੱਧੀਆਂ ਬਖਸ਼ਣ ਵਾਲਾ। ਦਾਤਾ ਜੀ ਅਸੀਂ 5 ਤੱਤਾਂ ਦੇ, ਤੁਸੀਂ ਇਹ 5 ਤੱਤਾਂ ਨੂੰ ਚਲਾਉਣ ਵਾਲੇ, ਤੁਸੀਂ ਉਹ ਅਗਮ ਅਗੋਚਰ, ਅਸੀਂ ਹਾਂ 5 ਤੱਤਾਂ ਦੇ ਅਧੀਨ। ਦਾਤਾ ਜੀ ਜੇ ਤੁਸੀਂ ਇਹ ਚਾਹੁੰਦੇ ਹੋ ਮੇਰੇ ਕੋਲੋਂ ਭੁੱਖ ਨਹੀਂ ਜਰੀ ਜਾਣੀ, 3 ਦਿਨ ਹੋ ਗਏ ਮੈਨੂੰ ਭੁੱਖੇ ਬੈਠੇ ਨੂੰ, ਤੁਸੀਂ ਆਪਣੇ ਸਮਾਧੀ ਵਿੱਚੋਂ ਮੈਤੋਂ ਭੁੱਖ ਨਹੀਂ ਜਰੀ ਗਈ। ਮਰਦਾਨਿਆ ਲੈ ਅੱਜ ਤੋਂ ਤੈਨੂੰ ਕਦੇ ਭੁੱਖ ਨਹੀਂ ਲੱਗੇਗੀ। ਅਸੀਂ ਇਹ ਸੰਸਾਰੀ ਭੁੱਖ ਤੇਰੀ ਦੂਰ ਕਰਾਂਗੇ, ਸਰੀਰਕ ਭੁੱਖ ਇੱਥੇ ਹੀ ਨਹੀਂ। ਮਰਦਾਨਿਆ ਅਸੀਂ ਤੇਰੀਆਂ ਕੁੱਲਾਂ ਦੀਆਂ ਭੁੱਖਾਂ ਵੀ ਜਨਮ ਦੀਆਂ ਜਿਹੜੀਆਂ ਭੁੱਖਾਂ ਨੇ ਉਹ ਅੱਜ ਤੋਂ ਅਸੀਂ ਤੇਰੀਆਂ ਦੂਰ ਕੀਤੀਆਂ। ਗੁਰੂ ਪਿਆਰਿਓ, ਉਸ ਦਿਨ ਤੋਂ ਹੀ ਬਾਬਾ ਮਰਦਾਨਾ ਜੀ ਦੀ ਭੁੱਖ ਦੂਰ ਕਰ ਦਿੱਤੀ ਸੀ। ਪਰ ਸਾਡੇ ਇਤਿਹਾਸਕਾਰ ਇਹੀ ਦਰਸਾ ਰਹੇ ਨੇ ਉੱਥੋਂ ਜੀ ਪੰਡ ਬੰਨ ਲਈ ਕੱਪੜਿਆਂ ਦੀ ਉਹ ਸਿਰ ਤੇ ਰੱਖੀ ਆਵੇ। ਇਹੋ ਜਿਹੇ ਜਿਹੜੇ ਮਨ ਮੁੱਖਾਂ ਨੇ ਬਣਾਈਆਂ ਹੋਈਆਂ ਗੱਲਾਂ ਬਿਲਕੁਲ ਇਹ ਗੁਰੂ ਪਿਆਰਿਓ ਮਨ ਘੜਤ ਬਣਾਈਆਂ ਹੋਈਆਂ। ਬਾਬਾ ਮਰਦਾਨਾ ਉਹ ਜਗਤ ਜਲੰਦੇ ਗੁਰੂ ਨਾਨਕ ਜਿਹੜਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜਿਆ। ਜਿਹੜਾ ਠਾਕਰ ਪ੍ਰਭੂ ਪਰਮਾਤਮਾ ਆਪ ਹੋਵੇ ਉਹਦੇ ਨਾਲ ਬਸਦਾ ਹੋਵੇ ਰੱਬ ਨਾ ਬੰਦਾ। ਤੇ ਹੁਣ ਤੁਸੀਂ ਦੱਸੋ ਉਹ ਬੰਦਾ ਮਾਮੂਲੀ ਹੋਏਗਾ? ਉਹ ਬੰਦੇ ਦੇ ਵਿੱਚ ਕੀ ਕੁਝ ਹੋਵੇਗਾ? ਇਹ ਤੇ ਹੁਣ ਉਹੀ ਅੱਖ ਹੀ ਪਾਰਖੂ ਦੇਖ ਸਕਦੀ ਹੈ। ਬੇਨਤੀ ਕਰ ਦਈਏ, ਜੇ ਭਗਤ ਨਾ ਹੁੰਦੇ ਰੱਬ ਨੂੰ ਕਦੀ ਕੋਈ ਪ੍ਰਗਟ ਨਹੀਂ ਸੀ ਕਰ ਸਕਦਾ, ਰੱਬ ਦੀ ਕੋਈ ਅਹਿਮੀਅਤ ਨਹੀਂ ਹੋਣੀ ਸੀ। ਬਈ ਜੰਗਲਾਂ ਦੇ ਵਿੱਚ ਮਲਿਆਗਰ ਦੇ ਵਿੱਚ
ਬੜਾ ਸੋਧਾ ਤੇ ਕਪੂਰ ਦਵਾਈਆਂ ਹੈਗੀਆਂ, ਲੇਕਿਨ ਆਮਤੀ ਨਹੀਂ ਨਾ ਸਾਡੇ ਬਾਰੇ ਤਾਂ ਉਹਦੀ ਕੀ ਕੀਮਤ ਹੈ, ਕੁਝ ਵੀ ਨਹੀਂ। ਲੇਕਿਨ ਜਦੋਂ ਪਾਰਖੂ ਅੱਖ ਪ੍ਰਗਟ ਕਰਦੀ ਹੈ ਫਿਰ ਸਾਨੂੰ ਪਤਾ ਲੱਗ ਜਾਂਦਾ ਇਹ ਤੇ ਬਹੁਤ ਮਹਿੰਗੀ ਬੂਟੀ ਹੈ, ਇਹ ਦਵਾ ਇਸ ਚੀਜ਼ ਦੀ ਹੈ, ਆਹ ਰੋਗ ਦੂਰ ਕਰਦੀ ਹੈ। ਪਰ ਕਦੋਂ? ਜਦੋਂ ਪਾਰਖੂ ਅੱਖ ਹੋ ਜਾਏ। ਜਿਵੇਂ ਹੀਰੇ ਤੇ ਮੋਤੀ ਪਰਬਤਾਂ ਦੇ ਵਿੱਚ ਹੈਗੇ ਨੇ, ਪਾਰਸ ਹੈਗੇ ਨੇ, ਲੇਕਿਨ ਸਾਡੇ ਵਾਸਤੇ ਉਹ ਕੀ ਕੀਮਤ ਹੈ, ਅਹਿਮੀਅਤ ਕੀ ਹੈ, ਕੁਝ ਵੀ ਨਹੀਂ। ਲੇਕਿਨ ਜਦੋਂ ਪਾਰਖੂ ਅੱਖ ਉਸ ਨੂੰ ਪ੍ਰਗਟ ਕਰ ਦਿੰਦੀ ਹੈ, ਜੱਗ ਵਿੱਚ ਜ਼ਾਹਰ ਹੁੰਦਾ ਹੈ। ਇਵੇਂ ਹੀ ਭਗਤ ਗੁਰੂ ਵਾਸਤੇ, ਰੱਬ ਵਾਸਤੇ ਸਾਡੇ ਕੋਲ ਕੋਈ ਕੀਮਤ ਨਹੀਂ, ਅਸੀਂ ਉਸ ਦੀ ਅਹਿਮੀਅਤ ਨਹੀਂ ਜਾਣ ਸਕਦੇ। ਲੇਕਿਨ ਜਦੋਂ ਭਗਤ ਜਿਨ੍ਹਾਂ ਕੋਲ ਪਾਰਖੂ ਅੱਖ ਹੈ ਉਹ ਜਦੋਂ ਰੱਬ ਨੂੰ ਪ੍ਰਗਟ ਕਰਦੇ ਹੈ ਫਿਰ ਦੁਨੀਆ ਵਿੱਚ ਉਸ ਦੀ ਮਹਿਮਾ ਹੁੰਦੀ ਹੈ। ਮੇਰੇ ਹਜ਼ੂਰ ਕਹਿੰਦੇ ਨੇ ਗੁਰੂ ਪਿਆਰਿਓ, ਇਹ ਧੰਨਪੁਰ ਜਦੋਂ ਮੇਰੇ ਹਜ਼ੂਰ ਗਏ, ਬਾਬਾ ਮਰਦਾਨਾ ਜੀ ਜਦੋਂ ਆਖਿਆ ਭਈ ਚੱਲ ਮਰਦਾਨਿਆਂ, ਇਹ ਗਿਆ ਨੂਰ ਸ਼ਾਹ ਦੇ ਕਾਬੂ ਆਇਆ। ਉਹਨਾਂ ਨੇ ਕਿਆ ਕੀਤਾ, ਕੋਈ ਕਹਿੰਦਾ ਜੀ ਭੇਡੂ ਬਣਾ ਕੇ ਬੰਨ ਲਿਆ, ਕੋਈ ਕਹਿੰਦਾ ਮੱਖੀ ਬਣਾ ਕੇ ਇਹਦੇ ਨਾਲ ਲਾ ਲਿਆ। ਦਾਸ ਇੱਕ ਛੋਟੀ ਜਿਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਕੋਈ ਸਿੱਖ ਨਾਮ ਧਰੀਕ ਗੁਰੂ ਦਾ ਜਿਹੜਾ ਕਹਿੰਦਾ ਮੈਂ 5 ਬਾਣੀਆਂ ਪੜ੍ਹਦਾ, ਮੈਂ ਰਹਿਤਾਂ ਰੱਖਦਾ, ਕੁਰੈਤਾਂ ਤੋਂ ਬਚਿਆ ਹੋਇਆ, ਮੈਂ ਕਦੀ ਕੋਈ ਕੁਰੈਤ ਨਹੀਂ ਕੀਤੀ, ਮੈਂ ਰਹਿਤਾਂ ਰੱਖਦਾ ਆ, ਨਾ ਬਾਣੀ ਪੜ੍ਹਦਾ, ਗੁਰੂ ਦੇ ਪਿਆਰ ਵਿੱਚ ਪੰਥ ਨਾਲ ਜੁੜਿਆ ਹੋਇਆ, ਗੁਰੂ ਪਿਆਰਿਓ ਉਹ ਆ ਜਾਏ, ਸੱਜ ਜਾਏ, ਸੱਜ ਕੇ ਉਹ ਮੂਲ ਮੰਤਰ ਦਾ ਪਾਠ ਸ਼ੁਰੂ ਕਰ ਦੇਵੇ ਤੇ ਉਧਰੋਂ ਕੋਈ ਕਾਲਾ ਜਾਦੂ ਕਰਨ ਵਾਲਾ ਆਪਣੇ ਆਪ ਨੂੰ ਜਿਹੜਾ ਕਹਿੰਦਾ ਮੇਰਾ ਬਾਰ ਕਦੀ ਖਾਲੀ ਨਹੀਂ ਹੋ ਸਕਦਾ, ਮੇਰਾ ਬਾਰ ਹਮੇਸ਼ਾ ਬਾਹਰ ਕਰਕੇ ਜਾਵੇਗਾ, ਉਸ ਨੂੰ ਆਖੋ ਲਿਆਓ, ਉਸ ਨੂੰ ਦੁਨੀਆ ਦੇ ਕਹਿੰਦੇ ਕਹਾਉਂਦੇ ਕਾਲੂ ਜਾਦੂ ਵਾਲੇ ਨੂੰ, ਉਹਨੂੰ ਕਹੋ ਬਾਰ ਛੱਡ ਤੇ ਸਿੱਖ ਪੜ੍ਹਦਾ ਹੋਵੇ ਮੂਲ ਮੰਤਰ ਦਾ ਪਾਠ, ਰਹਿਤਾਂ ਰੱਖੀਆਂ ਹੋਵੇ। ਤੇ ਗੁਰੂ ਪਿਆਰਿਓ ਦਾਸ ਦਾ ਇਹ ਗਰੰਟੀ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਇਹ ਵਾਅਦਾ ਰਹਿ ਗਿਆ ਤੁਹਾਡੇ ਨਾਲ, ਜੇ ਉਹ ਬਾਰ ਉਲਟਾ ਛੱਡਣ ਵਾਲਾ ਜਿਹੜਾ ਕਾਲਾ ਜਾਦੂ ਛੱਡਣ ਵਾਲਾ, ਜੇ ਉਹ ਉਲਟਾ ਨਾ ਡਿਗੇ, ਉਲਟ ਪਲਟ ਹੋ ਕੇ ਆਪ ਨਾ ਖਤਮ ਹੋਵੇ ਤੇ ਦਾਸ ਨੂੰ ਨੀਵੇਂ ਥਾਂ ਬਿਠਾ ਕੇ ਜਿਹੜੀ ਮਰਜ਼ੀ ਸਜ਼ਾ ਦੇ ਦਿਓ। ਗੁਰੂ ਪਿਆਰਿਓ ਇਹ ਹੈ ਬਾਬਾ ਮਰਦਾਨਾ ਜੀ, ਹੋਵੇ ਗੁਰੂ ਮਹਾਰਾਜ ਦਾ ਸਿੱਖ ਅਨੰਨ ਭਗਤ ਤੇ ਉਹਨੂੰ ਕੋਈ ਦੁਨੀਆ ਦਾ ਜਾਦੂ ਭੇਡੂ ਬਣਾ ਲਓ, ਉਹਨੂੰ ਕੋਈ ਮੱਖੀ ਬਣਾ ਲਓ, ਲੇਕਿਨ ਹੋਇਆ ਕੀ ਸੀ? ਬਿਲਕੁਲ ਹੋਇਆ ਕੀ? ਗੁਰੂ ਪਿਆਰਿਓ ਬਾਬਾ ਮਰਦਾਨਾ ਜੀ ਨੂੰ ਫੜ ਕੇ 10-15 ਬੰਦਿਆਂ ਨੇ ਫੜ ਕੇ ਬੰਨ ਲਿਆ, ਉਹ ਭਾਵ ਹੈ ਜਨਾਨੀਆਂ ਨੇ ਬੰਨਿਆ, ਉਹ ਬੰਨ ਕੇ ਉਹਨੂੰ ਮੰਜੇ ਤੇ ਬੰਨਿਆ ਹੋਇਆ, ਜਾਣ ਨਹੀਂ ਸੀ ਦੇ ਰਹੇ। ਤੇ ਉਸ ਵੇਲੇ ਗੁਰੂ ਪਿਆਰਿਓ ਬਾਬਾ ਮਰਦਾਨਾ ਜੀ ਨੇ ਯਾਦ ਕੀਤਾ ਤੇ ਉਸ ਵੇਲੇ ਗੁਰੂ ਨਾਨਕ ਮਹਾਰਾਜ ਦੇ ਉੱਤੇ ਵੀ ਜਾਦੂ ਤੇ ਉਹ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਬਈ ਜਿਹਦਾ ਜਾਦੂ ਹੈ, ਜਿਹਦਾ ਉਹ ਮੰਤਰ ਹੈ, ਉਹਦੇ ਤੇ ਕੀ ਅਸਰ ਹੋ ਸਕਦਾ? ਕੋਈ ਅਸਰ ਨਹੀਂ ਹੋ ਸਕਦਾ। ਹੁਣ ਬਾਬਾ ਮਰਦਾਨਾ ਜੀ ਬੈਠੇ ਹੋਏ ਨੇ, ਗੁਰੂ ਨਾਨਕ ਮਹਾਰਾਜ ਆਏ ਤੇ ਜਦੋਂ ਆ ਕੇ ਉਹ ਨੂਰ ਸ਼ਾਹ ਨੇ ਕਰਨ ਦੀ ਕੋਸ਼ਿਸ਼ ਕੀਤੀ, ਭਾਵ ਜਾਦੂ ਛੱਡਣ ਦੀ, ਆਪਣੀ ਰਿੱਧੀਆਂ ਸਿੱਧੀਆਂ ਛੱਡਣ ਦੀ ਕੋਸ਼ਿਸ਼ ਕੀਤੀ, ਤੇ ਉਸ ਵੇਲੇ ਗੁਰੂ ਪਿਆਰਿਓ ਬਾਬਾ ਮਰਦਾਨਾ ਜੀ ਨੇ ਸਾਰੀਆਂ ਰਿੱਧੀਆਂ ਸਿੱਧੀਆਂ ਜਿੰਨੀਆਂ ਸ਼ਕਤੀਆਂ ਜਾਦੂਆਂ ਦੇ ਨਾਲ ਬਈ ਕਰਾਮਾਤਾਂ ਦੇ ਨਾਲ ਜਾਂ ਹੋਰ ਕੁਝ ਪ੍ਰਾਪਤ ਕੀਤੀਆਂ ਸੀ, ਉਹ ਸਾਰੀਆਂ ਹੀ ਨੂਰ ਸ਼ਾਹ ਕੋਲੋਂ ਖਿੱਚ ਲਈਆਂ। ਨੂਰ ਸ਼ਾਹ ਦੇ ਕੋਲ ਕੁਝ ਵੀ ਨਹੀਂ ਰਿਹਾ। ਆਖਰ ਉਹ ਚਰਨੀ ਪੈ ਗਈ, ਤੇ ਜਦੋਂ ਚਰਨੀ ਢਹਿ ਢੇਰੀ ਹੋਈ ਤੇ ਉਸ ਵੇਲੇ ਮੇਰੇ ਹਜ਼ੂਰ ਨੇ ਆਖਿਆ, ਨੂਰ ਸ਼ਾਹ ਇਹ ਜੋ ਤੂੰ ਕਰਦੀਆਂ ਪਏ ਗੱਲੀਆਂ ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ ਬਾਹਰ ਚਿੱਟ ਵਿਆਹ, ਰੀਸਾਂ ਕਰੇ ਤਨਾੜੀਆਂ ਜੋ ਸੇਵੇਦਾਰ ਖੜੀਆਂ। ਬਈ ਤੁਸੀਂ ਰੀਸਾਂ ਉਹਨਾਂ ਦੇ ਕਰਦੇ ਹੋ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਦਰ ਤੇ ਚਰਨਾਂ ਤੇ ਢਹਿ ਢੇਰੀ ਪ੍ਰਵਾਨ ਹੋਏ ਨੇ, ਉਹਨਾਂ ਦੀਆਂ ਅਸੀਂ ਰੀਸਾਂ ਕਰਦੇ ਹਾਂ। ਮੇਰੇ ਹਜ਼ੂਰ ਕਹਿੰਦੇ ਨੇ ਉੱਥੋਂ ਫਿਰ ਬਾਬਾ ਮਰਦਾਨਾ ਜੀ ਦਾ ਬੰਦ ਖਲਾਸੀ ਕਰਵਾਈ। ਇੱਥੇ ਬੇਨਤੀ ਕਰ ਦਈਏ, ਬੰਦ ਖਲਾਸੀ ਕਰਕੇ ਨੂਰ ਸ਼ਾਹ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚੋਂ ਚਰਨ ਪੌ ਲੈ ਕੇ ਗੁਰੂ ਦੀ ਸਿੱਖ ਬਣੀ ਹੈ। ਤੇ ਉੱਥੇ ਮੇਰੇ ਹਜ਼ੂਰ ਨੇ ਗੁਰੂ ਪਿਆਰਿਓ ਬਰਛਾ ਦਿੱਤਾ। ਅੱਜ ਵੀ ਤੁਸੀਂ ਧੰਨਪੁਰ ਚਲੇ ਜਾਓ, ਉੱਥੇ ਗੁਰਦੁਆਰਾ ਸਾਹਿਬ ਬਰਛਾ ਸਾਹਿਬ ਬਣਿਆ ਹੋਇਆ ਹੈ, ਜਿਹਦੀ ਪੂਜਾ ਗੁਰੂ ਪਿਆਰਿਓ ਸ਼ਾਸਤਰਾਂ ਦੇ ਨਾਲ ਹੀ ਹੁੰਦੀ ਹੈ। ਜਹੇ ਹਮਾਰੇ ਪੀਰ ਦਾਤਾ, ਜਹੇ ਹਮਾਰੇ ਪੀਰ, ਜਹੇ ਹਮਾਰੇ ਪੀਰ ਦਾਤਾ, ਜਹੇ ਹਮਾਰੇ ਪੀਰ, ਜਹੇ
सैफ सरोही सैथी, सैफ सरोही सैथी, सैफ जय हमारे पीर दाता, जय हमारे पीर, जय हमारे पीर दाता, जय हमारे पीर, जय तीर तू ही तबर तू ही। बई तीर भी तू ही है, तेग भी तू ही है, तू ही तबर तलवार। तबर मैंने कुहाड़ा, कुहाड़ा भी प्रभु परमात्मा जी तू आप हैं। ते सच्चे पातशाह जी आप रसिया आपे रावणहार, आप ही सब कुछ है, ते आप ही वो तलवार है, आप ही कुहाड़ा है। इत्थे बेनती कर दईए मेरे हजूर कलगियां वाले पातशाह शास्त्रां नूं किन्ना को प्यार करदे सन। बई जदों चिले दे उत्ते उन्होंने 4 तीर चढ़ा लेने, 4 तीर इक्को बारी तीर चढ़ाने ते चारे दिशावां नूं छड्डणे, उत्तर दक्षिण पूर्व ते पश्चिम। उन्होंने इन्नी फुर्ती दे नाल मेरे हजूर छड्डिया करदे सन। ते गुरु प्यारिओ जदों चारे तीर जाके चारे दिशावां विच डिगदे सी, इक्को समय, कोई पहलां जां बाद विच नहीं, इक्को समय जाके डिगदे सन। इन्ने फुर्तीले भाव है ये गुरु प्यारिओ, इन्ने मेरे हजूर दी करामात सी। करामात दा भाव है उन्होंने अपने सरीरक तौर ते उन्होंने कोई भी अपनी शक्ति वरत के ये काम नहीं किया। जदों आनंदपुर साहिब नूं घेरा पिया होया सी, हजूर ने रुके दे नाल जदों जाके उस ओ तुरक दे मंजे दे पावे दे विच जाके तीर गड्डिया गया ते उहदे नाल रुका बन्निया होया सी ते उसने आख्या सी ये शक्ति दे नाल इन्हां ने छड्डिया। ते हजूर ने दूसरा तीर तिले ते चढ़ा के नाल दरख्त सी, दरख्त दे विच जाके गड्डिया गया। उहदे नालों जदों रुका लाया, रुका ला के पढ़िया ते मेरे हजूर ने लिखिया ऐ खान ये साडी करामात नहीं, ये साडी प्रैक्टिस है। भाव है ये साडी कोई असी आत्मक शक्ति दे नाल नहीं, असी शरीरक बल दे नाल ये सारा कुछ तेरे तक कीता। जे असी शक्ति दे नाल चाहिए असी नाश कर सकते हैं, पर असी उस प्रभु परमात्मा दे भाणे विच रहना सानू सिखाया ते असी आप भाणे विच रहना। गुरु दे खालसे नूं भाणे विच रहण दा बल ते ये सिक्ख्या दिती गई है। मेरे हजूर कहते ने भई ये तीर भी तू ही है, तबर भी तू ही है, काल भी तू ही। काल मैंने प्रभु परमात्मा, प्रभु परमात्मा जी काल तू है, काली तू ही। काली मैंने मौत। बई जेड़ी तेरी मौत है दुनिया नूं फानी करन वाली, नाश करन वाली, वो भी तू आप है। काल तू ही, काली तू ही। बई तू ही तबर तलवार, सब कुछ तू ही है। तू ही निशानी जीत की आज, तू ही जगबीर। ये निशानी जित दी संसार दे विच प्रभु परमात्मा जी ये शास्त्रां दी निशानी है। ते गुरु प्यारिओ जिस ने शास्त्र पहने हुए होण, मेरे हजूर कहंदे ने आ सिपाही है, इत्थे फौज है। जे उन्हां कोल पिस्तौल ना होवे, शास्त्र ना होवे, ते गुरु प्यारिओ तुसीं ये भी मन विच विचार के देख लो, किसी ने उन्हां कोलों डरना नहीं है। जिहदे कोल कोई शास्त्र ना होवे कौन डरेगा उहदे कोलों। शास्त्र दी निशानी ही है जित दी निशानी, ताकत दी निशानी। मेरे हजूर ने ये खालसे नूं बख्शिया। बई श्री आनंदपुर साहिब नूं आओ दर्शन करिए। संग जा रहा, तुरिया जा रहा, जदों संग तुरिया जा रहा, उस संग दे विच एक गुरमुख प्यारिओ बीबी भी है। भई पुन संग सारे प्रभु जी सनाई, बिना तीर तेग तेग रहो ना भाई। बे तीर ते तेग तो बिना कोई रहे ना। नाल ही मेरे हजूर ने आख्या बिना शास्त्र के संग नरंग भेड़ जानो, गहे कान ताको किते लै सधानो। यह मोर आ गया सुनो हे प्यारे, बिना तेग के संग देवे ना दीदार। मैं बिल्कुल भी कदे ददार नहीं देवांगा जिहदे कोल तेग नहीं,
ਜਿਹਦੇ ਕੋਲ ਕੇਸ ਨਹੀਂ। ਤੇ ਹੁਣ ਗੁਰਮੁਖ ਪਿਆਰਿਓ ਤੁਸੀਂ ਆਪਣਾ ਅੰਦਾਜ਼ਾ ਲਾ ਲਿਓ, ਇਹ 5 ਨਿਸ਼ਾਨੀਆਂ ਜੇ ਗੁਰੂ ਮਹਾਰਾਜ ਨੇ ਬਖਸ਼ੀਆਂ। ਕਹਿੰਦੇ ਨੇ ਮੈਂ ਕਦੇ ਵੀ